ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਆਸਾ ਘਰ ਦੂਜਾ ਮਹੱਲਾ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਰ ਦਰਸ਼ਨ ਪਾਵੈ ਵਡ ਭਾਗ, ਗੁਰ ਕੈ ਸ਼ਬਦ ਸੱਚੈ ਬੈਰਾਗ। ਹਰ ਦਰਸ਼ਨ ਪਾਵੈ ਵਡ ਭਾਗ, ਗੁਰ ਕੈ ਸ਼ਬਦ ਸੱਚੈ ਬੈਰਾਗ। ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗਮ ਅਪਾਰਾ। ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨ ਸੋਏ ਰਹਾਉ। ਗੁਰ ਦਰਸ਼ਨ ਉਧਰੈ ਸੰਸਾਰਾ, ਜੇ ਕੋ ਲਾਏ ਭਾਉ ਪਿਆਰਾ। ਭਾਉ ਪਿਆਰਾ ਲਾਏ ਵਿਰਲਾ ਕੋਏ, ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਗੁਰ ਕੈ ਦਰਸ਼ਨ ਮੋਖ ਦੁਆਰ, ਸਤਿਗੁਰ ਸੇਵੈ ਪਰਵਾਰ ਸਾਧਾਰ। ਨਿਗੁਰੇ ਕੋ ਗਤ ਕਾਈ ਨਾਹੀ, ਅਵਗਣ ਮੁਠੇ ਚੋਟਾ ਖਾਹੀ। ਗੁਰ ਕੈ ਸ਼ਬਦ ਸੁਖ ਸਾਂਤ ਸਰੀਰ, ਗੁਰਮੁਖ ਤਾਕੋ ਲਗੈ ਨਾ ਪੀਰ। ਜਮ ਕਾਲ ਤਿਸ ਨੇੜ ਨ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਜਮ ਕਾਲ ਤਿਸ ਨੇੜ ਨ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਹਰ ਦਰਸ਼ਨ ਪਾਵੈ ਵਡ ਭਾਗ, ਗੁਰ ਕੈ ਸ਼ਬਦ ਸਚੈ ਬੈਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪਿੱਛੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਹਜ਼ੂਰ ਦੇ ਆਸਾ ਰਾਗ ਦੇ ਅੰਦਰ ਆਰੰਭ ਦੇ ਵਿੱਚ ਜੋ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਸਨ, ਉਹਨਾਂ ਦੀ ਕਥਾ ਸੰਪੂਰਨ ਹੋਈ ਹੈ। ਹੁਣ ਅੱਗੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਭੱਲਿਆਂ ਦੀ ਬੰਸ ਦੇ ਅਵਤੰਸ ਆਖਿਆ ਜਾਂਦਾ ਹੈ, ਉਹਨਾਂ ਦੀ ਪਵਿੱਤਰ ਬਾਣੀ ਦੀ ਕਥਾ ਆਰੰਭ ਹੋ ਰਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸੰਬੰਧ ਵਿੱਚ ਭੱਟਾਂ ਨੇ ਬਹੁਤ ਸ਼ਾਨਦਾਰ ਸੋਈਆ ਲਿਖਿਆ ਹੈ। ਕਨਹਰ ਬੂੰਦ ਬਾਸੁਰ ਮਾਵਲ, ਕੁਸੁਮ ਬਸੰਤ ਗਣੰਤ ਨ ਆਵੈ। ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। रुदर ध्यान ज्ञान सतगुर की, कव जन पल उन्हें जो गावै। भले अमरदास गुण तेरे, तेरी उपमा तोहे बन आवै। भट्टा ने धन गुरु अमरदास महाराज सच्चे पातशाह दे बारे बड़ी शानदार गल आखी है। हे सतगुरु, थोड़े जिहा होर कोई भी नहीं है। गुर जैसा नाही को देव, जिस मस्तक पाग सो लागा सेव। गुर नाल तुल न लगई, खोज डिठा ब्रह्मंड।
ਜਦੋਂ ਤੁਹਾਡੇ ਜਿਹਾ ਹੋਰ ਕੋਈ ਹੈ ਹੀ ਨਹੀਂ। ਤੇਰੀ ਉਪਮਾ ਤੋਹੇ ਬਣ ਆਵੈ, ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਇਹੀ ਗੱਲ ਕਹਿਣੀ ਉਚਿਤ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਅੱਗੇ ਸ਼ਬਦ ਆ ਰਿਹਾ ਹੈ, ਇਹਦੇ ਵਿੱਚ ਗੁਰੂ ਕੇ ਦਰਸ਼ਨਾਂ ਦਾ ਮਹਾਤਮ, ਗੁਰੂ ਦੇ ਦਰਸ਼ਨਾਂ ਦਾ ਫਲ ਪ੍ਰਗਟ ਕਰ ਰਹੇ ਹਨ। ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨ ਸੋਏ। ਰਹਾਉ। ਇਹ ਹਨ ਸਿਧਾਂਤਰੂ ਪੰਕਤੀਆਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਗੁਰੂ ਕੇ ਦਰਸ਼ਨ ਕਰਕੇ ਇਸ ਮਨੁੱਖ ਨੂੰ ਮੁਕਤ ਗਤ ਹੋਏ, ਮੁਕਤੀ ਦੀ ਗਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗੁਰ ਨਾਨਕ ਜਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਤੇ ਇਸ ਦਾ ਫਲ ਇੱਕ ਹੋਰ ਵੀ ਹੈ, ਸਾਚਾ ਆਪ ਵਸੈ ਮਨ ਆਏ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦਾ ਹੈ, ਫਿਰ ਉਹ ਸੱਚਾ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵੀ ਮਨ ਵਿੱਚ ਵਸ ਜਾਂਦਾ ਹੈ। ਇਹ ਗੁਰੂ ਦੇ ਦਰਸ਼ਨਾਂ ਦਾ ਫਲ ਹੈ। ਮੁਕਤੀ ਦੀ ਅਵਸਥਾ ਵੀ ਪ੍ਰਾਪਤ ਹੋ ਜਾਂਦੀ ਹੈ ਤੇ ਨਾਲ ਸੱਚਾ ਮਾਲਕ ਵਾਹਿਗੁਰੂ ਆਪ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਹੁਣ ਜਿੱਥੋਂ ਤੱਕ ਦਰਸ਼ਨ ਸ਼ਬਦ ਦਾ ਸਵਾਲ ਹੈ, ਜਦੋਂ ਆਪਾਂ ਇਸ ਦੀ ਵਿਚਾਰ ਕਰਦੇ ਹਾਂ, ਦਰਸ਼ਨ 4 ਪ੍ਰਕਾਰ ਦੇ ਹੁੰਦੇ ਹਨ। ਇੱਕ ਹੁੰਦੇ ਨੇ ਚਿੱਤਰ ਦਰਸ਼ਨ। ਕੋਈ ਆਪਾਂ ਤਸਵੀਰ ਵੇਖ ਕੇ ਅੰਦਾਜ਼ਾ ਲਾ ਲੈਂਦੇ ਹਾਂ ਕਿ ਇਹ ਫਲਾਣੇ ਗੁਰੂ ਦੀ ਜਾਂ ਫਲਾਣੇ ਮਹਾਂਪੁਰਖ ਦੀ ਇਹ ਤਸਵੀਰ ਹੈ, ਇਹਨੂੰ ਚਿੱਤਰ ਦਰਸ਼ਨ ਕਹਿੰਦੇ ਨੇ। ਤੇ ਦੂਜੇ ਸਰਵਣ ਦਰਸ਼ਨ ਹੁੰਦੇ ਹਨ। ਕਿਸੇ ਦੇ ਬਾਰੇ ਆਪਾਂ ਸੁਣਦੇ ਹਾਂ, ਸੁਣ ਕੇ ਸਾਡੇ ਮਨ ਦੇ ਵਿੱਚ ਉਹਨੂੰ ਮਿਲਣ ਦੀ ਤੜਪ ਪੈਦਾ ਹੁੰਦੀ ਹੈ, ਤੇ ਫਿਰ ਇਹਨੂੰ ਸਰਵਣ ਦਰਸ਼ਨ ਕਹਿੰਦੇ ਨੇ। ਤੀਸਰੇ ਸੁਪਨ ਦਰਸ਼ਨ ਹੁੰਦੇ ਨੇ। ਬਈ ਕਿਸੇ ਅਤੀ ਸਨੇਹੀ ਨੂੰ ਜਦੋਂ ਆਪਾਂ ਬਹੁਤਾ ਯਾਦ ਕਰਦੇ ਹਾਂ, ਫਿਰ ਉਹ ਸੁਪਨੇ ਦੇ ਵਿੱਚ ਆ ਕੇ ਦਿਖਾਈ ਦਿੰਦਾ ਹੈ। ਜਿਵੇਂ ਹਾਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਜਦੋਂ ਕਾਂਸ਼ੀ ਵਿੱਚ ਸਨ, ਉੱਥੇ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਸੁਪਨ ਦਰਸ਼ਨ ਦਿੱਤੇ ਸਨ। ਤੇ ਫਿਰ ਉਹਨਾਂ ਨੇ ਸਤਿਗੁਰੂ ਦੀ ਬੜੀ ਤਾਰੀਫ ਕੀਤੀ ਤੇ ਫਿਰ ਅਖੀਰ ਤੇ ਉਹਨਾਂ ਨੇ ਲਿਖਿਆ, ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ। ਜਦੋਂ ਪਪੀਹਾ ਪੰਛੀ ਬੋਲਿਆ, ਉਹਦੀ ਆਵਾਜ਼ ਸੁਣ ਕੇ ਮੇਰੀਆਂ ਅੱਖਾਂ ਖੁੱਲ ਗਈਆਂ ਤੇ ਮੇਰੀ ਇਹੋ ਜਿਹੀ ਹਾਲਤ ਹੋ ਗਈ ਸੁਪਨ ਦਰਸ਼ਨ ਤੋਂ ਬਾਅਦ, ਜਿਵੇਂ ਕੋਈ ਮੱਛੀ ਪਾਣੀ ਤੋਂ ਵਿਛੜ ਜਾਵੇ, ਤੜਫਦੀ ਹੈ, ਇਉਂ ਮੇਰਾ ਵੀ ਮਨ ਗੁਰੂ ਦੇ ਵਿਛੋੜੇ ਵਿੱਚ ਤੜਫਣ ਲੱਗ ਪਿਆ। ਚੌਥੇ ਪ੍ਰਤੱਖ ਦਰਸ਼ਨ ਹੁੰਦੇ ਨੇ। ਜਿਵੇਂ ਆਪਾਂ ਇਹਨਾਂ ਅੱਖਾਂ ਦੇ ਨਾਲ ਕਿਸੇ ਨੂੰ ਪ੍ਰਤੱਖ ਦੇਖੀਏ, ਇਉਂ ਇਹ 4 ਪ੍ਰਕਾਰ ਦੇ ਦਰਸ਼ਨ ਮਹਾਂਪੁਰਖ ਦੱਸਦੇ ਸਨ। ਗੁਰ ਕੈ ਦਰਸ਼ਨ ਮੁਕਤ ਗਤ ਹੋਏ। ਚਾਹੇ ਕਿਸੇ ਨੂੰ ਸਤਿਗੁਰੂ ਦੇ ਚਿੱਤਰ ਦਰਸ਼ਨ ਹੋ ਜਾਣ, ਤੇ ਚਾਹੇ ਸਰਵਣ ਦਰਸ਼ਨ ਹੋ ਜਾਣ, ਤੇ ਚਾਹੇ ਸੁਪਨ ਦਰਸ਼ਨ, ਤੇ ਚਾਹੇ ਪ੍ਰਤੱਖ ਦਰਸ਼ਨ। ਪਰ ਜਦੋਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਗੁਰੂ ਦੇ ਦੀਦਾਰ ਹੁੰਦੇ ਨੇ, ਫਿਰ ਉਹਨੂੰ ਮੁਕਤੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਦੂਸਰਾ ਦਰਸ਼ਨ ਜਿਹੜਾ ਲਫ਼ਜ਼ ਹੈ, ਇਹਦੇ ਬਾਰੇ ਵਿਦਵਾਨਾਂ ਨੇ ਹੋਰ ਵੀ ਡੂੰਘੀ ਵਿਚਾਰ ਕੀਤੀ ਹੈ। ਜਿਵੇਂ ਇਸੇ ਹੀ
ਸ਼ਬਦ ਦੇ ਅੰਦਰ ਖਟ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਪਰ ਅਪਾਰਾ ਇਹ ਪੰਕਤੀਆਂ ਆਈਆਂ ਨੇ। ਉਹ ਖਟ ਦਰਸ਼ਨ ਕਿਹੜੇ ਨੇ? ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਜਿਹੜੇ ਖਟ ਸ਼ਾਸਤਰ ਨੇ, ਖਟ ਸ਼ਾਸਤਰ ਕਿਹੜੇ ਨੇ, ਜਿਨ੍ਹਾਂ ਦੇ ਬਾਰੇ ਪਿੱਛੇ ਵੀ ਸੰਗਤਾਂ ਵਿਚਾਰ ਸਰਵਣ ਕਰ ਚੁੱਕੀਆਂ ਹਨ। 6 ਘਰ, 6 ਗੁਰ, 6 ਉਪਦੇਸ਼। ਉੱਥੇ ਘਰ ਸ਼ਬਦ ਵਰਤਿਆ ਸੀ, ਪਰ ਇੱਥੇ ਖਟ ਦਰਸ਼ਨ ਜਿਹੜੇ 6 ਸ਼ਾਸਤਰ ਨੇ, ਯੋਗ ਹੈ, ਸਾਂਖ ਹੈ, ਨਿਆਏ ਹੈ, ਵੈਸ਼ੇਖਿਕ ਹੈ ਅਤੇ ਮੀਮਾਂਸਾ ਹੈ ਤੇ ਵੇਦਾਂਤ, ਇਹ ਖਟ ਦਰਸ਼ਨ, ਖਟ ਫਲਸਫੇ ਦੁਨੀਆ ਵਿੱਚ ਮੰਨੇ ਗਏ ਨੇ। ਦਰਸ਼ਨ ਦਾ ਇੱਥੇ ਅਰਥ ਬਣੇਗਾ ਖਟ ਦਰਸ਼ਨ ਵੀ 6 ਕਿਸਮ ਦੇ ਸਿਧਾਂਤ, ਸ਼ਾਸਤਰੀ ਸਿਧਾਂਤ ਦੁਨੀਆ ਵਿੱਚ ਪ੍ਰਚਲਿਤ ਨੇ। ਇਹਨਾਂ ਦੇ ਮੁਕਾਬਲੇ ਤੇ ਇੱਕ ਗੁਰੂ ਕਾ ਸਿਧਾਂਤ ਵੀ ਹੈ, ਗੁਰੂ ਕਾ ਫਲਸਫਾ ਵੀ ਹੈ, ਗੁਰਮਤਿ ਦਾ ਦਰਸ਼ਨ ਵੀ ਹੈ। ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਦਮਾਨ ਹੈ। ਇਸ ਲਈ ਗੁਰ ਦਰਸ਼ਨ ਵਰਤੈ ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਉਸ ਆਸ਼ੇ ਦੇ ਅਨੁਸਾਰ ਜਿਹੜਾ ਗੁਰ ਕੈ ਦਰਸ਼ਨ, ਜੋ ਗੁਰੂ ਦਾ ਦਰਸ਼ਨ ਹੈ, ਸ਼ਬਦ ਦਰਸ਼ਨ, ਗੁਰਮਤਿ ਦਾ ਸਿਧਾਂਤ, ਗੁਰਮਤਿ ਦੀ ਡੂੰਘੀ ਵਿਚਾਰ, ਇਹ ਗੁਰੂ ਕਾ ਦਰਸ਼ਨ ਹੈ। ਇਹ ਗੁਰਮਤਿ ਦਾ ਫਲਸਫਾ ਹੈ। ਜਿਹੜਾ ਇਸ ਨੂੰ ਧਾਰਨ ਕਰ ਲਵੇ ਮੁਕਤ ਗਤ ਹੋਏ, ਉਹਨੂੰ ਮੁਕਤੀ ਦੀ ਗਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤੇ ਉਹ ਸੱਚਾ ਪ੍ਰਭੂ ਆਪ ਵੀ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਤੀਜਾ ਦਰਸ਼ਨ ਸ਼ਬਦ ਦਾ ਭਾਵ ਇਹ ਵੀ ਮਹਾਂਪੁਰਖ ਲੈਂਦੇ ਹਨ ਵੀ ਜਿਹੜੇ ਦੁਨੀਆ ਦੇ ਵਿੱਚ ਖਟ ਭੇਖ ਸਨ, ਜਿਨ੍ਹਾਂ ਨੂੰ ਪ੍ਰਧਾਨ ਮੰਨਿਆ ਜਾਂਦਾ ਸੀ, ਉਹਨਾਂ ਖਟ ਭੇਖਾਂ ਬਾਰੇ ਮਹਾਂਪੁਰਖ ਵਿਚਾਰ ਦੱਸਦੇ ਸਨ। ਜੋਗੀ ਜੰਗਮ ਸਰੇਵੜੇ, ਸੰਨਿਆਸੀ ਔ ਦਰਵੇਸ਼, ਛੇਵਾਂ ਜਾਮਾ ਵਿਪਰਕਾ ਜਾਮੈ ਮੀਨ ਨਾ ਮੇਖ। ਇਹ 6 ਦਰਸ਼ਨ ਨੇ, ਭਾਵ 6 ਕਿਸਮ ਦੇ ਭੇਖ ਨੇ। ਇਹਨਾਂ ਨੂੰ ਵੀ ਖਟ ਦਰਸ਼ਨ ਆਖਿਆ ਜਾਂਦਾ ਹੈ। ਫਿਰ ਇਹਦਾ ਅਰਥ ਇਉਂ ਬਣੇਗਾ ਖਟ ਦਰਸ਼ਨ ਵਰਤੈ ਵਰਤਾਰਾ ਵੀ ਜਿਹੜੇ 6 ਭੇਖ ਨੇ, ਇਹਨਾਂ ਦਾ ਵਰਤਾਰਾ ਸੰਸਾਰ ਵਿੱਚ ਵਰਤ ਰਿਹਾ ਹੈ। ਕੋਈ ਯੋਗੀ ਬਣਿਆ ਹੋਇਆ, ਕੋਈ ਜੰਗਮ ਬਣਿਆ ਹੋਇਆ, ਕੋਈ ਸਰੇਵੜਾ ਬਣਿਆ ਹੋਇਆ, ਕੋਈ ਸੰਨਿਆਸੀ ਬਣਿਆ, ਕੋਈ ਦਰਵੇਸ਼ ਬਣਿਆ, ਕੋਈ ਵਿਪਰ ਬਣਿਆ ਹੋਇਆ। ਇਹ 6 ਦਰਸ਼ਨਾਂ ਦਾ ਵਰਤਾਰਾ ਸੰਸਾਰ ਵਿੱਚ ਵਰਤ ਰਿਹਾ ਹੈ। ਪਰ ਜੋ ਗੁਰੂ ਦਾ ਦਰਸ਼ਨ ਹੈ, ਗੁਰੂ ਦੇ ਦਰਸ਼ਨ ਤੋਂ ਮੁਰਾਦ ਹੈ ਜਿਹੜਾ ਗੁਰੂ ਨੇ ਗੁਰਸਿੱਖ ਨੂੰ ਗੁਰਸਿੱਖੀ ਦਾ ਭੇਖ ਬਖਸ਼ਿਸ਼ ਕੀਤਾ ਹੈ। ਸਾਬਤ ਸੂਰਤ ਰੱਖਣ ਦੇ ਲਈ ਗੁਰੂ ਮਹਾਰਾਜ ਨੇ ਆਗਿਆ ਕੀਤੀ ਹੈ। ਇਹ ਗੁਰੂ ਕਾ ਦਰਸ਼ਨ ਹੈ। ਸਿੱਖੀ ਸਰੂਪ ਨੂੰ ਸੰਭਾਲਣਾ ਇਹ ਗੁਰੂ ਦਾ ਹੁਕਮ ਹੈ ਨਾ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਹਿ ਟੋਈ ਨਾ ਲਹੈ ਕਾਫਰ ਕੁੱਤਾ ਸ਼ੈਤਾਨ। ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਇਹ ਜਨਮ ਸਾਖੀ ਵਿੱਚ ਬਚਨ ਆਏ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ। ਉਸ ਤੋਂ ਭਾਵ ਇਹ ਵੀ ਲਿਆ ਜਾਂਦਾ ਹੈ ਗੁਰ ਕਾ ਦਰਸ਼ਨ, ਜੋ ਗੁਰੂ ਨੇ ਗੁਰਸਿੱਖ ਨੂੰ ਸਿੱਖੀ ਦਾ ਭੇਖ, ਸਾਬਤ ਸੂਰਤ, 5 ਕਕਾਰਾਂ ਦੀ ਰਹਿਤ, 5 ਬਾਣੀਆਂ ਦਾ ਨਿਤਨੇਮ, ਰਹਿ ਰਸ ਕੀਰਤਨ ਸੋਹਿਲਾ, ਇਹ ਜੋ ਐਸਾ ਭੇਖ ਗੁਰਸਿੱਖੀ ਦਾ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਹੜਾ ਇਸ ਨੂੰ ਧਾਰਨ ਕਰ ਲਵੇ ਉਹਨੂੰ ਮੁਕਤੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸੱਚਾ ਆਪ ਵਸੈ ਮਨ ਸੋਏ, ਤੇ ਉਹ ਸੱਚਾ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਇਉਂ ਜਿਹੜਾ ਦਰਸ਼ਨ ਸ਼ਬਦ ਹੈ, ਇਹਦੇ ਵੱਖੋ ਵੱਖਰੇ ਅਰਥ ਤੇ ਸਿਧਾਂਤ ਵਿਦਵਾਨ ਗ੍ਰਹਿਣ ਕਰਦੇ ਹਨ। ਉਹਨਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਲਓ ਹੁਣ ਸੰਗਤਾਂ ਬਾਕੀ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਆਸਾ ਘਰ ਦੂਜਾ ਮਹੱਲਾ ਤੀਜਾ। ਇੱਕ
ਓੰਕਾਰ ਸਤਿਗੁਰ ਪ੍ਰਸਾਦ। ਹਰ ਦਰਸ਼ਨ ਪਾਵੈ ਵਡ ਭਾਗ, ਗੁਰ ਕੈ ਸ਼ਬਦ ਸਚੈ ਬੈਰਾਗ। ਲਾਹੁਣ ਅੱਗੇ ਰਾਗ ਆਸਾ ਦੇ ਵਿੱਚ, ਕਰ ਦੂਜਾ, ਦੂਜੇ ਕਰ ਸੁਰਤਾਲ ਦੇ ਵਿੱਚ, ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਪਵਿੱਤਰ ਬਾਣੀ ਦੀ ਸਿੱਖਿਆ ਆਰੰਭ ਹੋ ਰਹੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਦਰਸ਼ਨ ਪਾਵੈ ਵਡ ਭਾਗ। ਗੁਰਮੁਖੋ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਹੈ, ਇੱਕ ਸਰਗੁਣ ਸਰੂਪ ਦਾ ਦਰਸ਼ਨ ਹੈ, ਦੂਸਰਾ ਨਿਰਗੁਣ ਦਾ ਅਨੁਭਵ ਹੈ। ਹਰ ਦਰਸ਼ਨ ਪਾਵੈ ਵਡ ਭਾਗ, ਵੀ ਵੱਡਿਆਂ ਭਾਗਾਂ ਦੇ ਨਾਲ ਹੀ ਕੋਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਤੇ ਨਿਰਗੁਣ ਸਰੂਪ ਦੇ ਦਰਸ਼ਨ ਪ੍ਰਾਪਤ ਕਰਦਾ ਹੈ। ਕਿਵੇਂ? ਗੁਰ ਕੈ ਸ਼ਬਦ ਸੱਚਾ ਬੈਰਾਗ। ਗੁਰੂ ਕੇ ਸ਼ਬਦ ਦੁਆਰਾ ਸੱਚੇ ਵੈਰਾਗ ਨੂੰ ਮਨ ਵਿੱਚ ਧਾਰਨ ਕਰਕੇ, ਜਦੋਂ ਗੁਰੂ ਸ਼ਬਦ ਨਾਲ ਪਿਆਰ ਪੈ ਜਾਂਦਾ ਹੈ, ਫਿਰ ਸੰਸਾਰ ਵੱਲੋਂ, ਦੁਨੀਆ ਵੱਲੋਂ ਆਪਣੇ ਆਪ ਹੀ ਮਨ ਦੇ ਵਿੱਚ ਉਪਰਾਮਤਾ ਪੈਦਾ ਹੋ ਜਾਂਦੀ ਹੈ। ਇਹਨੂੰ ਸੱਚਾ ਵੈਰਾਗ ਕਹਿੰਦੇ ਨੇ। ਗੁਰੂ ਕੇ ਸ਼ਬਦ ਦੁਆਰਾ ਸੱਚੇ ਵੈਰਾਗ ਨੂੰ ਧਾਰਨ ਕਰਕੇ ਜਿਹੜਾ ਗੁਰਮੁਖ ਵਿਅਕਤੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਦੀਦਾਰ ਪ੍ਰਾਪਤ ਕਰਦਾ ਹੈ। ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗਮ ਅਪਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੰਸਾਰ ਦੇ ਵਿੱਚ ਜਿਹੜੇ ਖਟ ਦਰਸ਼ਨ ਨੇ, 6 ਸ਼ਾਸਤਰ ਨੇ, ਉਹਨਾਂ ਦਾ ਵਰਤਾਰਾ ਵਰਤ ਰਿਹਾ ਹੈ। ਅਥਵਾ ਜਿਹੜੇ 6 ਭੇਖ ਨੇ, ਜੋਗੀ, ਜੰਗਮ, ਸਰੇਵੜੀ ਆਦਿਕ, ਉਹਨਾਂ ਦਾ ਵਰਤਾਰਾ ਵਰਤ ਰਿਹਾ ਸੀ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਜੋ ਗੁਰਮਤਿ ਦਾ ਸਿਧਾਂਤ ਤੇ ਸਿੱਖੀ ਦਾ ਭੇਖ ਸਾਬਤ ਸੂਰਤ ਬਖਸ਼ਿਸ਼ ਕੀਤੀ ਹੈ, ਇਹ ਗੁਰੂ ਕਾ ਦਰਸ਼ਨ ਅਗਮ ਅਪਾਰਾ, ਇਹ ਅਗਮ ਮਨ ਦੀ ਗਮਤਾ ਤੋਂ ਪਰੇ ਤੇ ਅਪਾਰਾ ਪਾਰਾਵਾਰ ਤੋਂ ਰਹਿਤ ਹੈ। ਇਹਦਾ ਮਤਲਬ ਗੁਰੂ ਕਾ ਦਰਸ਼ਨ, ਜੇ ਗੁਰੂ ਕਾ ਸਿਧਾਂਤ ਸਾਰੇ ਧਰਮ ਗ੍ਰੰਥਾਂ ਨਾਲੋਂ ਤੇ ਸਾਰੇ ਭੇਖਾਂ ਦੇ ਨਾਲੋਂ ਮਹਾਨ ਉੱਤਮ ਹੈ। ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨ ਸੋਏ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਗੁਰੂ ਕੇ ਦਰਸ਼ਨ ਦੇ ਨਾਲ ਇੱਕ ਤਾਂ ਪ੍ਰਤੱਖ ਦਰਸ਼ਨ ਹੋ ਗਏ, ਤੇ ਦੂਸਰੇ ਗੁਰ ਕੈ ਦਰਸ਼ਨ, ਜੋ ਗੁਰੂ ਦੇ ਸ਼ਬਦ ਰੂਪ ਦਰਸ਼ਨ ਨੇ, ਸ਼ਬਦ ਦੀ ਵਿਚਾਰ ਕਰਨੀ, ਤੇ ਤੀਸਰਾ ਹੈ ਜਿਹੜਾ ਗੁਰੂ ਦਾ ਦਰਸ਼ਨ ਜੋ ਸਿੱਖੀ ਦਾ ਭੇਖ ਹੈ, ਇਹਨੂੰ ਧਾਰਨ ਕਰਕੇ ਮੁਕਤ ਗਤ ਹੋਏ, ਮੁਕਤੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸਾਚਾ ਆਪ ਵਸੈ ਮਨ ਸੋਏ, ਤੇ ਫਿਰ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਗੁਰ ਦਰਸ਼ਨ ਉਧਰੈ ਸੰਸਾਰਾ, ਜੇ ਕੋ ਲਾਏ ਪਾਉ ਪਿਆਰਾ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਗੁਰੂ ਕੇ ਦਰਸ਼ਨ ਦੇ ਨਾਲ, ਦਰਸ਼ਨ ਦੇ ਅਰਥ ਸਿੱਖੀ ਦਾ ਸਿਧਾਂਤ, ਗੁਰਬਾਣੀ ਦਾ ਰਹੱਸ, ਤੇ ਪ੍ਰਤੱਖ ਵੀ ਜਿਹੜੇ ਗੁਰੂ ਦੇ ਦਰਸ਼ਨ ਨੇ ਤੇ ਸਿੱਖੀ ਦਾ ਭੇਖ ਹੈ, ਜਿਹੜਾ ਇਹਨੂੰ ਧਾਰਨ ਕਰ ਲਵੇ, ਗੁਰੂ ਕੇ ਦਰਸ਼ਨਾਂ ਦੇ ਨਾਲ ਉਧਰਾ ਸੰਸਾਰਾ, ਸੰਸਾਰ ਦਾ ਉਧਾਰ ਹੁੰਦਾ ਹੈ। ਹਾਂ, ਜੇ ਕੋ ਲਾਏ ਭਾਉ ਪਿਆਰਾ, ਜੇ ਕੋਈ ਗੁਰੂ ਦੇ ਦਰਸ਼ਨ ਦੇ ਨਾਲ ਆਪਣਾ ਮਨੋ ਤਨੋ ਪਿਆਰ ਲਾ ਲਵੇ, ਫਿਰ ਉਹਦਾ ਸੰਸਾਰ ਤੋਂ ਉਧਾਰ ਹੁੰਦਾ ਹੈ। ਭਾਉ ਪਿਆਰਾ ਲਾਏ ਵਿਰਲਾ ਕੋਏ, ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਭਾਉ ਪਿਆਰਾ ਲਾਏ ਵਿਰਲਾ ਕੋਈ, ਪਰ ਕੋਈ ਵਿਰਲਾ ਹੀ ਗੁਰਮੁਖ ਜਨ ਗੁਰੂ ਦੇ ਦਰਸ਼ਨ ਨਾਲ, ਪ੍ਰਤੱਖ ਗੁਰੂ ਦੇ ਦਰਸ਼ਨਾਂ ਦੇ ਨਾਲ, ਅਥਵਾ ਜੋ ਸ਼ਬਦ ਰੂਪ ਦਰਸ਼ਨ ਨੇ, ਸ਼ਬਦ ਦਾ ਸਿਧਾਂਤ ਹੈ, ਅਥਵਾ ਜੋ ਗੁਰੂ ਕਾ ਦਰਸ਼ਨ ਸਿੱਖੀ ਦਾ ਭੇਖ ਹੈ, ਸਿੱਖੀ ਸਰੂਪ ਹੈ, ਇਹਦੇ ਨਾਲ ਕੋਈ ਵਿਰਲਾ ਹੀ ਗੁਰਸਿੱਖ ਮਾਈ ਪਾਈ ਪਿਆਰ ਲਾਉਂਦਾ ਹੈ।
ਮਨ ਤਨ ਦਾ ਪਿਆਰ ਲਾਉਂਦਾ ਹੈ। ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਪਰ ਇਸ ਗੁਰੂ ਦੇ ਦਰਸ਼ਨ ਨੂੰ ਧਾਰਨ ਕਰਕੇ ਇਸ ਮਨੁੱਖ ਨੂੰ ਸदैवी ਸੁਖ, ਸੱਚਾ ਸੁਖ, ਅਵਿਨਾਸ਼ੀ ਸੁਖ ਪ੍ਰਾਪਤ ਹੋ ਜਾਂਦਾ ਹੈ। ਗੁਰ ਕੈ ਦਰਸ਼ਨ ਮੋਖ ਦੁਆਰ, ਸਤਿਗੁਰ ਸੇਵੈ ਪਰਵਾਰ ਸਾਧਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਗੁਰੂ ਕੇ ਦਰਸ਼ਨ ਦੇ ਨਾਲ ਇਸ ਮਨੁੱਖ ਨੂੰ ਮੋਖ ਦੁਆਰ ਗਿਆਨ ਪ੍ਰਾਪਤ ਹੋ ਜਾਂਦਾ ਹੈ ਤੇ ਸਤਿਗੁਰੂ ਦੀ ਸੇਵਾ ਕਰਕੇ ਪਰਿਵਾਰ ਸਾਧਾਰ ਤੇ ਪਰਿਵਾਰ ਨੂੰ ਵੀ ਸਾਧਾਰ ਆਸਰਾ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਸਾਧਾਰ ਸ਼ਬਦ ਹੈ, ਕੁਝ ਵਿਦਵਾਨਾਂ ਨੇ ਇਹਦਾ ਅਰਥ ਇਹ ਵੀ ਕੀਤਾ ਹੈ, ਸਤਿਗੁਰ ਸੇਵਾ ਪਰਿਵਾਰ ਸਾਧਾਰ, ਵੀ ਜਿਹੜਾ ਸਤਿਗੁਰੂ ਦੀ ਸੇਵਾ ਕਰਦਾ ਹੈ ਉਹ ਆਪਣੇ ਪਰਿਵਾਰ ਦਾ ਵੀ ਸੁਧਾਰ ਕਰ ਲੈਂਦਾ। ਪਰ ਜਿਹੜਾ ਸਾਧਾਰ ਸ਼ਬਦ ਹੈ ਤੇ ਸੁਧਾਰ ਸ਼ਬਦ, ਇਹ ਵੱਖੋ ਵੱਖਰੇ ਰੂਪਾਂ ਦੇ ਵਿੱਚ ਬਾਣੀ ਵਿੱਚ ਆਏ ਨੇ। ਜਿੱਥੇ ਸਾਧਾਰ ਸ਼ਬਦ ਆਇਆ ਹੈ ਉਹਦਾ ਅਰਥ ਆਸਰੇ ਸਹਿਤ ਹੀ ਬਣੇਗਾ। ਜਿਹੜਾ ਸਤਿਗੁਰੂ ਦੀ ਸੇਵਾ ਕਰਦਾ ਹੈ ਪਰਿਵਾਰ ਸਾਧਾਰ, ਉਹ ਆਪਣੇ ਪਰਿਵਾਰ ਨੂੰ ਵੀ ਸਹਿਤ ਆਧਾਰ ਦੇ ਕਰ ਦਿੰਦਾ ਹੈ, ਭਾਵ ਉਹਦੇ ਪਰਿਵਾਰ ਨੂੰ ਵੀ ਆਸਰਾ ਮਿਲ ਜਾਂਦਾ ਹੈ। ਨਿਗੁਰੇ ਕੋ ਗਤਕਾਈ ਨਾਹੀ, ਅਵਗਣ ਮੁੱਠੇ ਚੋਟਾਂ ਖਾਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜਾ ਆਦਮੀ ਨਗੂਰਾ ਹੈ, ਬੇਪੀਰਾ ਹੈ, ਬੇਮੁਰਸ਼ਦਾ ਹੈ, ਗਤਕਾਈ ਨਾਹੀ, ਉਹਦੀ ਕਦੇ ਵੀ ਮੁਕਤੀ ਨਹੀਂ ਹੋ ਸਕਦੀ। ਚਾਹੇ ਕਿਤੇ ਵੀ ਚਲਿਆ ਜਾਵੇ, ਜਿਹੜਾ ਨਗੂਰਾ ਆਦਮੀ ਹੈ ਉਹਦੀ ਮੁਕਤੀ ਨਹੀਂ ਹੋ ਸਕਦੀ। ਅਵਗੁਣ ਮੁੱਠੇ ਝੂਟਾਂ ਖਾਹੀ, ਕਿਉਂਕਿ ਉਹ ਔਗੁਣਾ ਕਰਕੇ ਲੁੱਟੇ ਹੋਏ ਨੇ। ਨਗੂਰੇ ਆਦਮੀ, ਉਹਨਾਂ ਵਿੱਚ ਔਗੁਣ ਬਹੁਤ ਹੁੰਦੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਔਗੁਣਾਂ ਨੂੰ ਨਾਸ਼ ਕਰਦੇ ਹਨ ਤੇ ਗੁਣਾਂ ਦੀ ਸਾਂਝ ਦੀ ਸਿੱਖਿਆ ਦਿੰਦੇ ਹਨ। ਸਾਂਝ ਕਰੀਜੈ ਗੁਣ ਹੈ ਕੇਰੀ ਛੋੜ, ਅਵਗੁਣ ਚੱਲੀਐ। ਤੇ ਜਿਹੜਾ ਗੁਰੂ ਦੇ ਕੋਲ ਆਉਂਦਾ ਹੀ ਨਹੀਂ, ਜਿਹੜਾ ਗੁਰੂ ਨੂੰ ਗੁਰੂ ਮੰਨਦਾ ਹੀ ਨਹੀਂ, ਉਹ ਫਿਰ ਦੱਸੋ ਉਹਦੀ ਕਲਿਆਣ ਕਿਵੇਂ ਹੋ ਸਕਦੀ? ਨਹੀਂ ਹੋ ਸਕਦੀ। ਨਗੂਰੇ ਪੁਰਸ਼ ਦੀ ਕਿਸੇ ਤਰ੍ਹਾਂ ਵੀ ਕਲਿਆਣ ਨਹੀਂ ਹੋ ਸਕਦੀ। ਉਹ ਤੇ ਔਗੁਣਾਂ ਦਾ ਲੁੱਟਿਆ ਹੋਇਆ ਹਮੇਸ਼ਾ ਲਈ ਇੱਥੇ ਵੀ ਚੋਟਾਂ ਖਾਂਦਾ ਹੈ, ਉਹਨੂੰ ਲਾਹਣਤਾਂ ਪੈਂਦੀਆਂ ਨੇ ਤੇ ਠੋਕਰਾਂ ਖਾਂਦਾ ਫਿਰਦਾ, ਅੱਗੇ ਜਾ ਕੇ ਵੀ ਜਮਾਂ ਦੀਆਂ ਚੋਟਾਂ ਖਾਂਦਾ ਹੈ। ਗੁਰ ਕੈ ਸ਼ਬਦ ਸੁਖ ਸਾਥ ਸਰੀਰ, ਗੁਰਮੁਖਤਾ ਕੋ ਲਗੈ ਨ ਪੀਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਗੁਰੂ ਕੇ ਸ਼ਬਦ ਦੁਆਰਾ ਸੁਖ ਸ਼ਾਂਤ ਸਰੀਰ, ਸਾਡੇ ਸਰੀਰ ਵਿੱਚ ਸੁਖ ਸ਼ਾਂਤੀ ਪੈਦਾ ਹੋ ਜਾਂਦੀ। ਆਪਾਂ ਚਾਹੁੰਦੇ ਹਾਂ ਨਾ ਸਾਡੇ ਸਰੀਰ ਵਿੱਚ ਸੁਖ ਹੋਵੇ ਤੇ ਸ਼ਾਂਤੀ ਮਿਲੇ, ਪਰ ਹਜ਼ੂਰ ਕਹਿੰਦੇ ਨੇ ਗੁਰੂ ਕੇ ਸ਼ਬਦ ਨਾਲ ਜੁੜੋ, ਗੁਰੂ ਦੀ ਬਾਣੀ ਨਾਲ ਜੁੜੋ, ਗੁਰੂ ਦੇ ਬਖਸ਼ੇ ਨਾਮ ਨਾਲ ਜੁੜੋ। ਗੁਰੂ ਕੇ ਸ਼ਬਦ ਦੁਆਰਾ ਹੀ ਸਾਡੇ ਸਰੀਰ ਵਿੱਚ ਸੁਖ ਸ਼ਾਂਤੀ ਪੈਦਾ ਹੁੰਦੀ ਹੈ। ਗੁਰਮੁਖ ਤਾਕੋ ਲਗੈ ਨਾ ਪੀਰ, ਜਿਹੜਾ ਗੁਰਮੁਖ ਵਿਅਕਤੀ ਗੁਰੂ ਕੇ ਸ਼ਬਦ ਨਾਲ ਜੁੜ ਜਾਂਦਾ ਹੈ ਫਿਰ ਉਹਨੂੰ ਜਮਾਂ ਦੀ ਪੀੜਾ ਵੀ ਨਹੀਂ ਲੱਗਦੀ। ਜਮ ਕਾਲ ਤਿਸ ਨੇੜ ਨ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ, ਜਿਸ ਦਾ ਗੁਰੂ ਕੇ ਸ਼ਬਦ ਨਾਲ, ਗੁਰੂ ਕੇ ਦਰਸ਼ਨ ਨਾਲ ਪਿਆਰ ਹੋ ਗਿਆ ਹੈ, ਜਮ ਕਾਲ ਤਿਸ ਨੇੜ ਨਾ ਆਵੈ, ਉਹਦੇ ਨੇੜੇ ਜਮ ਕਾਲ, ਜਮਦੂਤ ਵੀ ਨੇੜੇ ਨਹੀਂ ਆ ਸਕਦਾ, ਅਥਵਾ ਜਿਹੜਾ ਕਾਲ ਰੂਪ ਜਮ ਹੈ ਉਹ ਉਸ ਦੇ ਨੇੜੇ ਨਹੀਂ ਆ ਸਕਦਾ। ਨਾਨਕ ਗੁਰਮੁਖ ਸਾਚ ਸਮਾਵੈ, ਉਹ ਗੁਰਮੁਖ ਵਿਅਕਤੀ ਸੱਚ ਸਰੂਪ ਪਰਮਾਤਮਾ ਵਿੱਚ ਜਾ ਕੇ ਲੀਨ ਹੋ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨੀ, ਗੁਰਮੁਖ ਦੀ ਅਵਸਥਾ ਹੈ। ਆਸਾ ਮਹੱਲਾ ਤੀਜਾ, ਸ਼ਬਦ ਮੁਆ ਵਿੱਚੋਂ ਆਪ ਗਵਾਏ, ਸਤਿਗੁਰ ਸੇਵੇ ਤਿਲ ਨਾ ਤੁਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਵੇਂ ਸਾਡੇ ਜੀਵਨ ਦੀ ਸਫਲਤਾ ਹੋ ਜਾਵੇ ਐਸਾ ਉਪਦੇਸ਼ ਬਖਸ਼ਿਸ਼ ਕਰੋ। ਤਾਂ ਹਜ਼ੂਰ ਫਰਮਾਉਂਦੇ ਹਨ, ਗੁਣ ਸੰਗ੍ਰਹੋ ਵਿੱਚੋਂ ਔਗਣ ਜਾਹੇ, ਪੂਰੇ ਗੁਰ ਕੈ ਸ਼ਬਦ ਸਮਾਹੇ। ਰਹਾਓ, ਗੁਰਮੁਖੋ ਤੁਸੀਂ ਚੰਗੇ ਗੁਣ ਸੰਗ੍ਰਹਿਣ ਕਰੋ,
ਚੰਗੇ ਗੁਣ ਸਤ ਸੰਤੋਖ ਦਇਆ ਧਰਮ ਵਿਚਾਰ ਕਰਨਾ ਮੁਦਤਾ ਮੈਤਰੀ ਉਪੇਖਸ਼ਾ ਆਦਿਕ ਜਿਹੜੇ ਚੰਗੇ ਗੁਣ ਨੇ ਇਹਨਾਂ ਨੂੰ ਸੰਗ੍ਰਹਿ ਕਰੋ ਤੇ ਇਹਨਾਂ ਦੇ ਸੰਗ੍ਰਹਿ ਹੋਣ ਦੇ ਨਾਲ ਵਿੱਚੋਂ ਔਗਣ ਜਾਹੇ। ਤੁਹਾਡੇ ਸਰੀਰ ਵਿੱਚ ਜਿਹੜੇ ਔਗਣ ਨੇ ਉਹ ਚਲੇ ਜਾਣਗੇ। ਜਦੋਂ ਚੰਗੇ ਗੁਣ ਆ ਗਏ ਤੇ ਔਗਣ ਆਪਣੇ ਆਪ ਹੀ ਚਲੇ ਜਾਂਦੇ ਨੇ। ਪੂਰੇ ਗੁਰ ਕਾ ਸ਼ਬਦ ਸਮਾਹੇ। ਪਰ ਮਹਾਰਾਜ ਗੁਣ ਕਿਵੇਂ ਆਉਂਦੇ ਨੇ? ਹਜ਼ੂਰ ਕਹਿੰਦੇ ਪੂਰੇ ਗੁਰੂ ਦੇ ਸ਼ਬਦ ਦੁਆਰਾ ਉਹ ਗੁਣ ਤੁਹਾਡੇ ਸਰੀਰ ਵਿੱਚ ਆ ਕੇ ਤੁਹਾਡੇ ਜੀਵਨ ਦੇ ਵਿੱਚ ਆ ਕੇ ਪ੍ਰਵੇਸ਼ ਹੁੰਦੇ ਨੇ। ਤੁਸੀਂ ਪੂਰੇ ਗੁਰੂ ਦੇ ਸ਼ਬਦ ਨਾਲ ਜੁੜੋ ਤੇ ਜਿਵੇਂ ਜਿਵੇਂ ਤੁਹਾਡਾ ਬਾਣੀ ਨਾਲ ਨਾਮ ਨਾਲ ਪਿਆਰ ਹੋਵੇਗਾ ਉਵੇਂ ਉਵੇਂ ਦੈਵੀ ਗੁਣ ਉਹ ਤੁਹਾਡੇ ਜੀਵਨ ਦੇ ਵਿੱਚ ਪ੍ਰਵੇਸ਼ ਕਰਦੇ ਜਾਣਗੇ। ਇਹ ਗੁਣਾਂ ਨੂੰ ਵਸਾਉਣ ਦਾ ਤਰੀਕਾ ਹੈ ਪੂਰੇ ਗੁਰ ਕਾ ਸ਼ਬਦ ਸਮਾਹੇ। ਪੂਰੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਹੀ ਦੈਵੀ ਗੁਣ ਤੁਹਾਡੇ ਸਰੀਰ ਵਿੱਚ ਸਮਾ ਸਕਦੇ ਹਨ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ, ਸ਼ਬਦ ਮੁਆ ਵਿੱਚੋਂ ਆਪ ਗਵਾਏ, ਸਤਿਗੁਰ ਸੇਵੇ ਤਿਲ ਨਾ ਤਮਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਗੁਰਮੁਖ ਵਿਅਕਤੀ ਹੈ ਸ਼ਬਦ ਮੁਆ ਉਹ ਗੁਰੂ ਕੇ ਸ਼ਬਦ ਦੁਆਰਾ ਮਰ ਗਿਆ। ਭਾਵ ਗੁਰੂ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਗਿਆ ਤੇ ਫਿਰ ਸ਼ਬਦ ਮੁਆ ਉਹ ਸ਼ਬਦ ਦੁਆਰਾ ਮਰ ਗਿਆ। ਉਹਦਾ ਸੰਸਾਰ ਨਾਲੋਂ ਸਰੀਰ ਨਾਲੋਂ ਸੰਬੰਧ ਟੁੱਟ ਗਿਆ। ਇਹ ਸ਼ਬਦ ਦੀ ਮੌਤ ਹੈ। ਸ਼ਬਦ ਮੁਆ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਸ਼ਬਦ ਦੁਆਰਾ ਮਰ ਗਿਆ, ਜੀਵਤ ਭਾਵ ਤੋਂ ਮਰ ਗਿਆ, ਵਿੱਚੋਂ ਆਪ ਗਵਾਏ। ਉਹਨੇ ਆਪਣੇ ਮਨ ਵਿੱਚੋਂ ਆਪਾ ਭਾਵ ਹੰਕਾਰ ਗਵਾ ਦਿੱਤਾ ਹੈ। ਸਤਿਗੁਰ ਸੇਵੇ ਤਿਲ ਨਾ ਤਮਾਏ। ਫਿਰ ਉਹ ਸਤਿਗੁਰੂ ਦੀ ਸੇਵਾ ਕਰਦਾ ਹੈ ਤੇ ਤਿਲ ਜਿੰਨੀ ਵੀ ਮਨ ਵਿੱਚ ਉਹਦੇ ਤਮਾ ਨਹੀਂ ਹੁੰਦੀ। ਨਹੀਂ ਤੇ ਹੁਣ ਅਸੀਂ ਅਕਸਰ ਸੰਸਾਰ ਵੱਲ ਦੇਖਦੇ ਹਾਂ, ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋਂ ਬਹੁਤਾ। ਥੋੜੀ ਜੀ ਸੇਵਾ ਕਰ ਲਈ ਤੇ ਆਦਮੀ ਉਹਦਾ ਇਵਜ਼ਾਨਾ ਬਹੁਤ ਵਧੇਰੇ ਮੰਗਦਾ। ਕਿਸੇ ਪੁਰਸ਼ ਨੇ ਆਖਿਆ ਹੈ, ਮਨੁੱਖ ਦਾ ਸੁਭਾਅ ਹੈ ਧੇਲੀ ਵੱਟੇ ਹਵੇਲੀ, ਗੰਢੇ ਵੱਟੇ ਸੰਡਾ ਮੰਗਦਾ। ਸੇਵਾ ਥੋੜੀ ਤੇ ਮੰਗਣਾ ਬਹੁਤਾ, ਮਨੁੱਖ ਦਾ ਸੁਭਾਅ ਬਣਿਆ ਹੋਇਆ। ਪਰ ਜਿਹੜਾ ਗੁਰਮੁਖ ਵਿਅਕਤੀ ਆ ਉਹ ਨਿਸ਼ਕਾਮ ਸੇਵਾ ਕਰਦਾ। ਨਿਸ਼ਕਾਮ ਸੇਵਾ ਦਾ ਬਹੁਤ ਵੱਡਾ ਮਹਾਤਮ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜਾ ਨਿਸ਼ਕਾਮ ਸੇਵਾ ਕਰੇ ਤੇ ਫਿਰ ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜੇ ਕੋਈ ਸਕਾਮ ਸੇਵਾ ਕਰੇ ਉਹਦੀ ਮਨ ਦੀ ਕਾਮਨਾ ਪੂਰੀ ਹੁੰਦੀ ਹੈ। ਇਸ ਲਈ ਹਜ਼ੂਰ ਕਹਿੰਦੇ ਗੁਰਮੁਖ ਵਿਅਕਤੀ ਸਤਿਗੁਰ ਸੇਵੇ। ਉਹ ਸਤਿਗੁਰੂ ਦੀ ਸੇਵਾ ਜ਼ਰੂਰ ਕਰਦਾ ਹੈ ਪਰ ਉਹਦੇ ਮਨ ਦੇ ਵਿੱਚ ਤਿਲ ਜਿੰਨੀ ਵੀ ਕੋਈ ਮਾਇਆ ਦੀ ਵਡਿਆਈ ਦੀ ਇੱਛਾ ਨਹੀਂ ਹੁੰਦੀ। ਨਿਰਭਉ ਦਾਤਾ ਸਦਾ ਮਨ ਹੋਏ, ਸੱਚੀ ਬਾਣੀ ਪਾਏ ਭਾਗ ਕੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਿਰਭਉ ਦਾਤਾ। ਉਸ ਗੁਰਮੁਖ ਵਿਅਕਤੀ ਦੇ ਮਨ ਦੇ ਵਿੱਚ ਨਿਰਭਉ ਦਾਤਾ ਸਦਾ ਮਨ ਸੋਏ। ਨਿਰਭਉ ਭੈ ਤੋਂ ਰਹਿਤ ਤੇ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਉਹਦੇ ਮਨ ਦੇ ਵਿੱਚ ਵਸ ਜਾਂਦਾ ਹੈ। ਨਿਰਭਉ ਦਾਤਾ ਸਦਾ ਮਨ ਹੋਏ। ਨਿਰਭਉ ਸਰੂਪ ਦਾਤਾ ਪ੍ਰਭੂ ਹਮੇਸ਼ਾ ਲਈ ਉਹਦੇ ਮਨ ਦੇ ਵਿੱਚ ਉਹ ਸਥਿਤ ਹੋ ਜਾਂਦਾ ਹੈ। ਸੱਚੀ ਬਾਣੀ ਪਾਏ ਭਾਗ ਕੋਏ। ਹਜ਼ੂਰ ਕਹਿੰਦੇ ਨੇ ਵੀ ਭਾਗਾਂ ਵਾਲਾ, ਭਾਗ ਦਾ ਅਰਥ ਵੀ ਭਾਗਾਂ ਵਾਲਾ ਕੋਈ ਸ਼ਖਸ ਸੱਚੀ ਬਾਣੀ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਦਾ ਹੈ। ਗੁਣ ਸੰਗ੍ਰਹੋ ਵਿੱਚੋਂ ਔਗਣ ਜਾਏ, ਪੂਰੇ ਗੁਰ ਕੈ ਸ਼ਬਦ ਸਮਾਏ ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਨੂੰ ਉਪਦੇਸ਼ ਦਿੰਦੇ ਨੇ, ਗੁਰਸਿੱਖੋ ਤੁਸੀਂ ਚੰਗੇ ਗੁਣ ਦੈਵੀ ਗੁਣ ਸੰਗ੍ਰਹਿ ਕਰੋ ਤਾਂ ਕਿ ਤੁਹਾਡੇ ਵਿੱਚੋਂ ਔਗੁਣ ਚਲੇ ਜਾਣ। ਪੂਰੇ ਗੁਰ ਕੈ ਸ਼ਬਦ ਸਮਾਹੇ। ਪੂਰੇ ਗੁਰੂ ਕੇ ਉਪਦੇਸ਼ ਦੁਆਰਾ ਜਦੋਂ ਪੂਰੇ ਗੁਰੂ ਦੇ ਉਪਦੇਸ਼ ਨੂੰ ਕਮਾਵਾਂਗੇ ਫਿਰ ਉਹ ਦੈਵੀ ਗੁਣ ਭਗਤੀ ਦੇ ਗੁਣ ਤੁਹਾਡੇ ਵਿੱਚ ਆ ਕੇ ਪ੍ਰਵੇਸ਼ ਕਰਨਗੇ। ਗੁਣਾ ਕਾ ਗਾਹਕ ਹੋਵੈ ਸੋ ਗੁਣ ਜਾਣੈ, ਅੰਮ੍ਰਿਤ ਸ਼ਬਦ ਨਾਮ ਵਖਾਣੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਗੁਣਾ ਕਾ ਗਾਹਕ ਹੋਵੇ। ਭਾਈ ਜਿਹੜਾ ਗੁਣਾ ਦਾ ਗਾਹਕ ਹੁੰਦਾ, ਗੁਣਾ ਦਾ ਅਧਿਕਾਰੀ ਹੁੰਦਾ, ਸੋ ਗੁਣ ਜਾਣੈ,
ਉਹ ਦੈਵੀ ਗੁਣਾਂ ਦੀ ਕਦਰੋ ਕੀਮਤ ਨੂੰ ਜਾਣਦਾ ਹੈ। ਜਿਸ ਨੂੰ ਗੁਣਾਂ ਦਾ ਪਤਾ ਹੀ ਨਹੀਂ, ਸਤ, ਸੰਤੋਖ, ਦਇਆ, ਧਰਮ, ਇਹ ਕਿੰਨੇ ਵੱਡੇ ਵੱਡੇ ਗੁਣ ਨੇ। ਜਿਨ੍ਹਾਂ ਨੂੰ ਇਹਨਾਂ ਦੀ ਕਦਰੋ ਕੀਮਤ ਦਾ ਪਤਾ ਹੀ ਨਹੀਂ, ਉਹ ਇਸ ਗੁਣਾਂ ਦੇ ਗ੍ਰਾਹਕ ਨਹੀਂ ਬਣ ਸਕਦੇ। ਹਾਂ, ਜਿਹੜਾ ਗੁਣਾਂ ਦਾ ਗਾਹਕ ਹੁੰਦਾ ਹੈ, ਇਹਨਾਂ ਗੁਣਾਂ ਦਾ ਅਧਿਕਾਰੀ ਹੁੰਦਾ ਹੈ, ਉਹ ਇਹਨਾਂ ਦੈਵੀ ਗੁਣਾਂ ਦੀ ਕੀਮਤ ਨੂੰ ਜਾਣਦਾ ਹੈ। ਅੰਮ੍ਰਿਤ ਸ਼ਬਦ ਨਾਮ ਵਖਾਣ, ਤੇ ਫਿਰ ਉਹ ਅੰਮ੍ਰਿਤ ਬਾਣੀ ਦੁਆਰਾ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦਾ ਹੈ। ਨਾਲ ਅੰਮ੍ਰਿਤ ਬਾਣੀ ਵੀ ਪੜ੍ਹਦਾ ਹੈ, ਨਿਤਨੇਮ ਵੀ ਕਰਦਾ ਹੈ, ਤੇ ਨਾਲ ਹੀ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ। ਸਾਚੀ ਬਾਣੀ ਸੂਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਸੱਚੀ ਬਾਣੀ ਦੁਆਰਾ ਉਸ ਦਾ ਜੀਵਨ ਵੀ ਉੱਚਾ ਸੁੱਚਾ ਹੋ ਜਾਂਦਾ ਹੈ। ਨਿਰਮਲ 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 ਤੇਰੀ ਬਾਣੀ, ਇਹ ਬਾਣੀ ਨਿਰਮਲ ਜੋ ਹੋਈ, ਜਿਹੜਾ ਇਸ ਬਾਣੀ ਨਾਲ ਜੁੜਦਾ ਹੈ, ਉਹਦਾ ਜੀਵਨ ਵੀ ਉੱਚਾ ਸੁੱਚਾ ਹੋ ਜਾਂਦਾ ਹੈ। ਗੁਣ, ਉਹਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਗੁਣ ਤੇ ਨਾਮ ਪ੍ਰਾਪਤ ਹੋਏ। ਲਓ, ਹਜ਼ੂਰ ਕਹਿੰਦੇ ਨੇ, ਸੱਚੀ ਬਾਣੀ ਦੇ ਨਾਲ ਜਿੱਥੇ ਜੀਵਨ ਸੁੱਚਾ ਨਿਰਮਲ ਹੁੰਦਾ ਹੈ, ਉੱਥੇ ਨਾਲ ਦੈਵੀ ਗੁਣਾਂ ਦੇ ਨਾਲ ਜਿਹੜੇ ਭਗਤੀ ਦੇ ਗੁਣ ਨੇ, ਉਹਨਾਂ ਨੂੰ ਧਾਰਨ ਕਰਨ ਦੇ ਨਾਲ ਨਾਮ ਪ੍ਰਾਪਤ ਹੋਏ। ਵਾਹਿਗੁਰੂ ਦਾ ਨਾਮ ਵੀ ਪ੍ਰਾਪਤ ਹੁੰਦਾ ਹੈ, ਕਿਉਂਕਿ ਜਿੰਨਾ ਚਿਰ ਮਨੁੱਖ ਦੇ ਵਿੱਚ ਸਤ, ਸੰਤੋਖ ਆਦਿ ਗੁਣ ਨਹੀਂ ਆਉਂਦੇ, ਉਹਨਾਂ ਚਿਰ ਨਾਮ ਵੀ ਨਹੀਂ ਮਿਲ ਸਕਦਾ। ਜੇ ਬੰਦਾ ਸੱਚ ਨਾ ਬੋਲੇ, ਮਨ ਵਿੱਚ ਸੰਤੋਖ ਨਾ ਹੋਵੇ, ਉਹ ਕਦੇ ਗੁਰੂ ਕੋਲ ਆਉਂਦਾ ਹੀ ਨਹੀਂ, ਉਹਨੂੰ ਨਾਮ ਦੀ ਲੋੜ ਹੀ ਨਹੀਂ ਮਹਿਸੂਸ ਹੁੰਦੀ। ਜਿਹਨੂੰ ਦੈਵੀ ਗੁਣ ਪ੍ਰਾਪਤ ਹੁੰਦੇ ਨੇ, ਫਿਰ ਉਹਨੂੰ ਅੱਗੇ ਨਾਮ ਪ੍ਰਾਪਤ ਹੁੰਦਾ ਹੈ।